ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਆਲ ਟਾਈਮ ਲਰਨਰ ਉੱਪਰ। ਅਸੀਂ MCQ ਟੈਸਟ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਸ ਦਾ ਕਿ ਅੱਜ ਚੌਥਾ ਟੈਸਟ ਹੈ। ਇਸ ਤੋਂ ਪਹਿਲਾਂ ਅਸੀਂ ਵੱਖ-ਵੱਖ ਟੌਪਿਕ ਦੇ ਬਾਰੇ ਲੈਕਚਰ ਵੀਡੀਓ ਤੇ ਟੈਸਟ ਸਾਡੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ। ਜੇਕਰ ਤੁਸੀਂ ਅਜੇ ਨਹੀਂ ਦੇਖੇ ਤਾਂ ਉਹਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ। ਅੱਜ ਦਾ ਟੈਸਟ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਆਖਰ ਤੇ ਤੁਹਾਡੇ ਜਿੰਨੇ ਮਾਰਕਸ ਬਣੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੈਸਟ। ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਆਧੁਨਿਕ ਬੋਧ ਦੇ ਲੱਛਣ ਹੈ। ਸਾਡੇ ਕੋਲੇ ਆਪਸ਼ਨ ਹੈ ਜੀ, ਪਹਿਲਾ ਸ਼ਹਿਰੀਕਰਨ, ਪ੍ਰਵਾਸ, ਉਦਾਂਤ। ਦੂਸਰਾ ਹੈ ਜੀ ਵਿਅਕਤੀਗਤ ਸੰਵੇਦਨਾ, ਵਿਵੇਕ, ਇਹ ਲੌਕਿਕਤਾ। ਤੀਸਰਾ ਹੈ ਜੀ ਨਗਰ ਬੋਧ, ਪ੍ਰਤੀਕਾਤਮਿਕਤਾ ਤੇ ਸਮੂਹਿਕਤਾ। ਚੌਥਾ ਹੈ ਜੀ ਉਦਯੋਗੀਕਰਨ, ਪਾਰਲੌਕਿਕਤਾ ਤੇ ਨਾਰੀ ਸੰਵੇਦਨਾ। ਇਹਦਾ ਸਹੀ ਆਨਸਰ ਹੈ ਜੀ ਵਿਅਕਤੀਗਤ ਸੰਵੇਦਨਾ, ਵਿਵੇਕ ਤੇ ਇਹ ਲੌਕਿਕਤਾ ਜਿਹੜੀ ਆਧੁਨਿਕ ਬੋਧ ਦੇ ਲੱਛਣ ਨੇ। ਅੱਗੇ ਸਾਡੇ ਕੋਲੇ ਦੂਸਰਾ ਕੁਐਸਚਨ, ਪ੍ਰੋਫੈਸਰ ਮੋਹਨ ਸਿੰਘ ਕਾਵਿ ਦੀਆਂ ਮੁੱਖ ਥੀਮਿਕ ਇਕਾਈਆਂ ਕਿਹੜੀਆਂ ਨੇ? ਪਹਿਲਾ ਆਪਸ਼ਨ ਹੈ ਜੀ ਬਲਬਲਾ, ਰੋਮਾਂਸ ਤੇ ਪੁਰਾਤਨਤਾ। ਦੂਸਰਾ ਹੈ ਜੀ ਇਸ਼ਕ, ਪ੍ਰਗਤੀ ਤੇ ਅਦਵਾਦ। ਤੀਸਰਾ ਹੈ ਜੀ ਔਰਤ, ਸ਼ਰਾਬ ਤੇ ਪਰਾਭੌਤਿਕਤਾ। ਚੌਥਾ ਹੈ ਜੀ ਪੰਜਾਬੀਅਤ, ਗੁਰੂ ਪ੍ਰੇਮ ਤੇ ਪਤਨੀ ਪ੍ਰੇਮ। ਇਹਦਾ ਸਹੀ ਆਨਸਰ ਹੈ ਜੀ ਦੂਸਰਾ ਇਸ਼ਕ, ਪ੍ਰਗਤੀ ਤੇ ਅਦਵਾਦ ਆ, ਜਿਹੜਾ ਪ੍ਰੋਫੈਸਰ ਮੋਹਨ ਸਿੰਘ ਕਾਵਿ ਦੀਆਂ ਮੁੱਖ ਥੀਮਿਕ ਇਕਾਈਆਂ ਨੇ। ਅੱਗੇ ਹੈ ਜੀ ਤੀਸਰਾ ਕੁਐਸਚਨ ਸਾਡੇ ਕੋਲੇ, ਪ੍ਰੋਫੈਸਰ ਮੋਹਨ ਸਿੰਘ ਕਾਵਿ ਉੱਪਰ ਕਿਸ ਦਾ ਜ਼ਿਆਦਾ ਪ੍ਰਭਾਵ ਪਿਆ? ਉਸਦੇ ਉੱਪਰ ਬਹੁਤ ਸਾਰੇ ਕਵੀਆਂ ਦਾ ਪ੍ਰਭਾਵ ਪਿਆ, ਜਿਨ੍ਹਾਂ ਦੇ ਵਿੱਚ ਪੱਛਮ ਦੇ ਜ਼ਿਆਦਾਤਰ ਵਿਦਵਾਨ ਰਹੇ ਨੇ ਤੇ ਇਸ ਦੇ ਨਾਲ ਹੀ ਭਾਰਤੀ ਕਵੀਆਂ ਦਾ ਵੀ ਉਹਨਾਂ ਉੱਪਰ ਪ੍ਰਭਾਵ ਨਜ਼ਰ ਆਉਂਦਾ। ਕਿਹੜੇ ਕਿਹੜੇ ਕਵੀਆਂ ਦਾ ਪ੍ਰਭਾਵ ਜ਼ਿਆਦਾ ਨਜ਼ਰ ਆਉਂਦਾ ਗਾ? ਪਹਿਲਾ ਆਪਸ਼ਨ ਹੈ ਜੀ ਐਲਫ ਐਮਰਸਨ। ਦੂਸਰਾ ਜੀ ਭਾਈ ਵੀਰ ਸਿੰਘ। ਤੀਸਰਾ ਜੀ ਸਵਾਮੀ ਰਾਮ ਤੀਰਥ। ਚੌਥਾ ਹੈ ਜੀ ਵਾਲਟ ਵਿਟਮੈਨ। ਇਸ ਦੇ ਬਾਰੇ ਅਸੀਂ ਲੈਕਚਰ ਵੀਡੀਓ ਦੇ ਵਿੱਚ ਵੀ ਡਿਟੇਲ 'ਚ ਪੜ੍ਹ ਕੇ ਆਏ। ਇਹਦਾ ਸਹੀ ਆਨਸਰ ਹੈ ਜੀ ਡੀ, ਵਾਲਟ ਵਿਟਮੈਨ। ਚੌਥਾ ਕੁਐਸਚਨ ਹੈ ਜੀ ਸਾਡੇ ਕੋਲੇ, ਭਾਈ ਵੀਰ ਸਿੰਘ ਦਾ ਕਿਹੜਾ ਕਾਵਿ ਸੰਗ੍ਰਹਿ ਖੁੱਲੀ ਕਿਪਤਾ ਵਿੱਚ ਰਚਿਆ ਗਿਆ? ਪਹਿਲਾ ਆਪਸ਼ਨ ਜੀ ਮੇਰੇ ਸਾਈਆਂ ਜੀਓ। ਦੂਸਰਾ ਲਹਿਰਾਂ ਦੇ ਹਾਰ। ਤੀਸਰਾ ਬਿਜਲੀਆਂ ਦੇ ਹਾਰ। ਚੌਥਾ ਕੰਮ ਦੀ ਕਲਾਈ। ਇਹਦਾ ਸਹੀ ਆਨਸਰ ਹੈ ਜੀ ਇਹ ਮੇਰੇ ਸਾਈਆਂ ਜੀਓ। ਇਸ ਦੇ ਨਾਲ ਹੀ ਤੁਸੀਂ ਭਾਈ ਵੀਰ ਸਿੰਘ ਦੇ ਜਿਹੜੇ ਕਾਵਿ ਸੰਗ੍ਰਹਿ ਉਹਨਾਂ ਨੂੰ ਵੀ ਯਾਦ ਰੱਖ ਸਕਦੇ ਹੋ। ਮੇਰੇ ਸਾਈਆਂ ਜੀਓ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ ਤੇ ਕੰਮ ਦੀ ਕਲਾਈ, ਇਹ ਭਾਈ ਵੀਰ ਸਿੰਘ ਦੇ ਲਿਖੇ ਹੋਏ ਕਾਵਿ ਸੰਗ੍ਰਹਿ ਨੇ। ਅੱਗੇ ਹੈ ਜੀ ਪੰਜਵਾਂ ਕੁਐਸਚਨ ਸਾਡੇ ਕੋਲੇ, ਪ੍ਰੀਤਮ ਸਿੰਘ ਸਫੀਰ ਦਾ ਕਾਵਿ ਵਿਵੇਕ ਹੈ। ਪਹਿਲਾ ਆਪਸ਼ਨ ਰਹੱਸਵਾਦ, ਸਨਾਤਨਵਾਦ, ਮਾਨਵਵਾਦ। ਦੂਸਰਾ ਜੀ ਪ੍ਰਯੋਗ, ਕ੍ਰਾਂਤੀ ਤੇ ਰਹੱਸ। ਤੀਸਰਾ ਜੀ ਪਿਆਰ, ਪ੍ਰਗਤੀ, ਪਰਾਭੌਤਿਕਤਾ। ਚੌਥਾ ਜੀ ਆਧੁਨਿਕਤਾ, ਪ੍ਰਯੋਗ ਤੇ ਪਰੰਪਰਾ। ਇਹਦਾ ਸਹੀ ਆਨਸਰ ਹੈ ਜੀ ਪਿਆਰ, ਪ੍ਰਗਤੀ ਤੇ ਪਰਾਭੌਤਿਕਤਾ। ਤੀਸਰਾ ਆਪਸ਼ਨ ਪਿਆਰ, ਪ੍ਰਗਤੀ ਤੇ ਪਰਾਭੌਤਿਕਤਾ ਜਿਹੜਾ ਪ੍ਰੀਤਮ ਸਿੰਘ ਸਫੀਰ ਦਾ ਕਾਵਿ ਵਿਵੇਕ ਹੈ। ਅੱਗੇ ਜੀ ਓਮੀ ਗੁਰੂ ਦੀ ਤਲਾਸ਼ ਦਾ ਥੀਮ ਡਾਕਟਰ ਹਰਭਜਨ ਸਿੰਘ ਦੇ ਕਿਸ ਕਾਵਿ ਸੰਗ੍ਰਹਿ ਵਿੱਚ ਪੇਸ਼ ਹੋਇਆ ਹੈ? ਓਮੀ ਗੁਰੂ ਦੀ ਤਲਾਸ਼। ਪਹਿਲਾ ਆਪਸ਼ਨ ਹੈ ਜੀ ਨਾ ਧੁੱਪੇ ਨਾ ਛਾਵੇਂ। ਦੂਸਰਾ ਜੀ ਰੁੱਖ ਤੇ ਰਿਸ਼ੀ। ਤੀਸਰਾ ਜੀ ਮੱਥੇ ਵਾਲਾ ਦੀਵਾ। ਚੌਥਾ ਜੀ ਅਲਵਿਦਾ ਤੋਂ ਪਹਿਲਾਂ। ਇਸ ਦਾ ਸਹੀ ਆਨਸਰ ਹੈ ਜੀ ਬੀ, ਰੁੱਖ ਤੇ ਰਿਸ਼ੀ। ਅੱਗੇ ਸੱਤਵਾਂ ਸਾਡੇ ਕੋਲੇ ਕੁਐਸਚਨ ਹੈ, ਸ਼ਿਵ ਕੁਮਾਰ ਅਨੁਸਾਰ ਲੂਣਾ ਦਾ ਕਾਵਿ ਰੂਪ ਹੈ।
पहला ऑप्शन महाकाव्य, दूसरा काव्य नाटक, तीसरा किस्सा, चौथा गीत नाट। लूणा जिसनों के ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹੋਇਆ ਸੀ ਸ਼ਿਵ ਕੁਮਾਰ ਦੀ ਰਚਨਾ, ਉਹ ਕਿਹੜੀ ਵਿਧਾ ਗਈ, ਕਾਵਿ ਰੂਪ ਕਿਹੜਾ ਗਾ ਉਹਦਾ, महाकाव्य। ਇਹ महाकाव्य। मतला ते मक्ता ਦਾ ਭਾਵ ਹੈ। ऑप्शन है जी ए मसलसल ऐ ते गैर मसलसल, बी गजल दी बहर, सी गजल दा पहला ते दूजा शेर, डी गजल दा पहला ते आखिरी शेर। ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਤੇ ਵਿਦਿਆਰਥੀ ਇਹਨੂੰ ਕਈ ਵਾਰ ਗਲਤ ਕਰ ਦਿੰਦੇ ਨੇ। ਇਹਦਾ ਸਹੀ ਆਨਸਰ ਹੈ ਜੀ ਡੀ ਗਜ਼ਲ ਦਾ ਪਹਿਲਾ ਤੇ ਆਖਰੀ ਸ਼ੇਰ। ਜਿਹੜਾ ਮਤਲਾ ਗਾ ਉਹ ਪਹਿਲਾ ਗਾ ਤੇ ਮਕਤਾ ਦੂਸਰਾ। ਇਹਨੂੰ ਯਾਦ ਰੱਖਣ ਦਾ ਸੌਖਾ ਤਰੀਕਾ ਇਹ ਹੋ ਸਕਦਾ ਕਿ ਤੁਸੀਂ ਜਿਵੇਂ ਮਕਤਾ ਨੂੰ ਮੁਕਤੀ ਦੇ ਰੂਪ ਚ ਦੇਖ ਸਕਦੇ ਹੋਗੇ। ਜੇ ਮੁਕਤੀ ਦਾ ਅਰਥ ਹੁੰਦਾ ਵੀ ਖਤਮ ਹੋਣਾ ਜਾਂ ਮੁਕਤੀ ਪ੍ਰਾਪਤ ਹੋ ਜਾਣੀ ਹੈ ਨਾ, ਉਸੇ ਤਰ੍ਹਾਂ ਗਜ਼ਲ ਦਾ ਆਖਰੀ ਸ਼ੇਰ ਜਿਹੜੇ ਮਕਤਾ ਗਾ ਵੀ ਗਜ਼ਲ ਖਤਮ ਹੋ ਜਾਂਦੀ ਹੈ, ਗਜ਼ਲ ਮੁਕਤ ਹੋ ਜਾਂਦੀ ਹੈ। ਉਹਨੂੰ ਇੰਨਾ ਕੁ ਟ੍ਰਿਕ ਵਰਤ ਸਕਦੇ ਹੋ ਤੁਸੀਂ ਵੀ ਆਖਰੀ ਸ਼ੇਰ ਦੇ ਵਿੱਚ ਉਹੀ ਹੋ ਗਿਆ ਜਿਹੜਾ ਮਕਤਾ ਜਿੱਥੇ ਗਜ਼ਲ ਮੁਕਤ ਹੋ ਜਾਂਦੀ ਹੈ ਉਹਨੂੰ, ਜਾਣੀ ਕਿ ਆਖਰੀ ਸ਼ੇਰ ਕਿਹੜਾ ਹੁੰਦਾ, ਮਕਤਾ ਹੁੰਦਾ। ਤੇ ਇਸ ਤੋਂ ਪਹਿਲਾਂ ਵਾਲਾ ਜਿਹੜਾ ਰਹਿ ਗਿਆ ਮਤਲਾ ਉਹ ਪਹਿਲਾ ਸ਼ੇਰ ਹੁੰਦਾ ਗਾ। ਨੌਵਾਂ ਕੁਐਸਚਨ ਹੈ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਸੁਮੇਲ ਹੈ ਪੰਜਾਬੀਅਤ, ਸੂਫੀ ਤੇ ਪ੍ਰਗਤੀ ਦਾ, ਬੀ ਰਹੱਸ, ਦੇਸ਼ ਪਿਆਰ, ਪ੍ਰਗਤੀ ਤੇ ਚਿਤਰਨ ਦਾ, ਸੀ ਕਿੱਸਾ, ਗੀਤ ਤੇ ਕਾਵਿ ਨਾਟਕ ਦਾ, ਡੀ ਪੰਜਾਬ, ਸਮਾਜ ਸੁਧਾਰ ਤੇ ਸੰਪਰਦਾਇਕਤਾ ਦਾ। ਇਹਦਾ ਸਹੀ ਆਨਸਰ ਹੈ ਜੀ ਪੰਜਾਬੀਅਤ, ਸੂਫੀ ਅਤੇ ਪ੍ਰਗਤੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਦੇ ਵਿੱਚ ਸੁਮੇਲ ਹੈਗਾ। ਪੰਜਾਬੀਅਤ ਵੀ ਨਜ਼ਰ ਆਉਂਦੀ ਹੈ ਉਹਦੀ ਕਵਿਤਾ ਦੇ ਵਿੱਚ, ਸੂਫੀ ਵਾਦ ਦਾ ਵੀ ਪ੍ਰਭਾਵ ਨਜ਼ਰ ਆਉਂਦਾ ਤੇ ਪ੍ਰਗਤੀ ਦੇ ਵੱਲ ਅੱਗੇ ਵੱਲ ਵਧਣ ਦੀ ਪ੍ਰੇਰਨਾ ਵੀ ਉਹਦੀ ਕਵਿਤਾ ਦਿੰਦੀ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਿੱਚ ਪੇਸ਼ ਨਾਰੀ ਸੰਵੇਦਨਾ ਦਾ ਮੁੱਖ ਲੱਛਣ ਹੈ ਸੱਚੇ ਸੁੱਚੇ ਪਿਆਰ ਦੀ ਤਾਂਘ, ਕ੍ਰਾਂਤੀਕਾਰੀ ਸੰਵੇਦਨਾ, ਔਰਤ ਹੋਣ ਦਾ ਦਰਦ ਤੇ ਉੱਪਰ ਉੱਠਣ ਦੀ ਦ੍ਰਿੜਤਾ, ਔਰਤ ਦੀ ਹਾਸਿਆਗਤ ਸਥਿਤੀ। ਇਹਦਾ ਸਹੀ ਆਨਸਰ ਹੈ ਜੀ ਸੀ ਔਰਤ ਹੋਣ ਦਾ ਦਰਦ ਅਤੇ ਉੱਪਰ ਉੱਠਣ ਦੀ ਦ੍ਰਿੜਤਾ। ਜਿੱਥੇ ਔਰਤਾਂ ਦੇ ਦਰਦ ਨੂੰ ਬਾਖੂਬੀ ਬਿਆਨ ਕਰਦੀ ਹੈ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ, ਉੱਥੇ ਉਹਨਾਂ ਨੂੰ ਉੱਪਰ ਉੱਠਣ, ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦੀ ਹੈ ਤੇ ਦ੍ਰਿੜ ਵੀ ਬਣਾਉਂਦੀ ਹੈ। ਬਾਵਾ ਬਲਵੰਤ ਦੀ ਕਵਿਤਾ ਦਾ ਮੁੱਖ ਲੱਛਣ ਹੈ ਇਹ ਸ਼ਾਂਤੀ ਅਤੇ ਕ੍ਰਾਂਤੀ, ਬੀ ਰੋਮਾਂਸ ਤੇ ਪ੍ਰਗਤੀ, ਸੀ ਰੋਮਾਂਸ ਤੇ ਵਿਦਰੋਹ, ਡੀ ਪਿਆਰ ਅਤੇ ਪ੍ਰਗਤੀ। ਇਹਦਾ ਸਹੀ ਆਨਸਰ ਹੈ ਜੀ ਡੀ ਪਿਆਰ ਅਤੇ ਪ੍ਰਗਤੀ ਬਾਬਾ ਬਲਵੰਤ ਦੀ ਕਵਿਤਾ ਦਾ ਮੁੱਖ ਲੱਛਣ ਹੈ। ਅੱਗੇ ਜੀ ਪਾਸ਼ ਦੀ ਕਾਵਿ ਰਚਨਾ ਕਿਸ ਨਾਲ ਵਧੇਰੇ ਸੰਬੰਧਿਤ ਹੈ। ਪਾਸ਼, ਅਵਤਾਰ ਪਾਸ਼। ਪਹਿਲਾ ਆਪਸ਼ਨ ਪ੍ਰਗਤੀਵਾਦੀ ਵਿਚਾਰਧਾਰਾ, ਦੂਸਰਾ ਇਤਿਹਾਸਿਕ ਚੇਤਨਾ, ਤੀਸਰਾ ਨਕਸਲੀ ਵਿਚਾਰਧਾਰਾ, ਡੀ ਪ੍ਰਯੋਗਵਾਦੀ ਵਿਚਾਰਧਾਰਾ ਦੇ ਨਾਲ। ਇਹਦਾ ਸਹੀ ਆਨਸਰ ਹੈ ਜੀ ਨਕਸਲੀ ਵਿਚਾਰਧਾਰਾ ਦੇ ਨੇੜੇ ਉਹਦੀ ਕਵਿਤਾ ਜ਼ਿਆਦਾ ਗਈ ਪਾਸ਼ ਦੀ। ਸੁਰਜੀਤ ਪਾਤਰ ਦੇ ਕਾਵਿ ਸੰਗ੍ਰਹਿ ਹਨ। ਸੁਰਜੀਤ ਪਾਤਰ ਦੇ ਕਾਵਿ ਸੰਗ੍ਰਹਿ ਦੇਖਣੇ ਨੇ ਜੀ ਕਿਹੜੇ ਕਿਹੜੇ ਨੇ। ਸਭ ਤੋਂ ਪਹਿਲਾ ਆਪਸ਼ਨ ਹੈ ਜੀ ਬਿਰਖ ਅਰਜ ਕਰੇ ਦੇਹੀ ਨਾਦ ਤੇ ਪਾਤਰ ਬੇਪਾਤਰ, ਦੂਸਰਾ ਹਵਾ ਵਿੱਚ ਲਿਖੇ ਬੇਹਰਫ ਬਿਰਖ ਅਰਜ ਕਰੇ ਪਤਝੜ ਵਿੱਚ ਪੁੰਗਰ ਦੇ ਪੱਤੇ, ਤੀਸਰਾ ਜੀ ਲਫ਼ਜ਼ਾਂ ਦੀ ਦਰਗਾਹ ਪਤਝੜ ਦੀ ਪੰਜੇਰ ਤੇ ਸੁਰਜਮੀਨ, ਹਨੇਰੇ ਵਿੱਚ ਸੁਰਗ ਦੀ ਵਰਨਮਾਲਾ ਸਦੀ ਦੀਆਂ ਤਕਾਲਾਂ ਤੇ ਸੂਰਜ ਦੀ ਦਹਿਲੀਜ਼। ਕਿਸੇ ਵੀ ਕੁਐਸਚਨ ਨੂੰ MCQ ਕੁਐਸਚਨ ਨੂੰ ਹੱਲ ਕਰਨ ਦਾ ਤਰੀਕਾ ਇਹ ਹੁੰਦਾ ਜਾਂ ਤਾਂ ਸਾਨੂੰ ਐਗਜੈਕਟ ਆਨਸਰ ਪਤਾ ਹੋਵੇ, ਅਸੀਂ ਸਿੱਧਾ ਉਹ ਦੇਖ ਲਈਏ ਵੀ ਕਿਹੜਾ ਆਨਸਰ ਸਹੀ ਹੈ, ਜਾਂ ਇਹ ਹੁੰਦਾ ਵੀ ਇਹ ਛਾਂਟ ਲਈਏ ਵੀ ਇਹਨਾਂ 'ਚੋਂ ਕਿਹੜੇ ਗਲਤ ਨੇ, ਜੋ ਬਾਕੀ ਰਹਿ ਜਾਏਗਾ ਉਹ ਸਹੀ ਹੋ ਜਾਂਦਾ। ਜਿਵੇਂ ਪਹਿਲਾ ਆਪਸ਼ਨ ਹੈ ਜੀ ਬਿਰਖ ਅਰਜ ਕਰੇ, ਇਹ ਸੁਰਜੀਤ ਪਾਤਰ ਦੀ ਰਚਨਾ ਪਰ ਦੇਹੀ ਨਾਦ ਪਾਤਰ ਬੇਪਾਤਰ ਬਾਰੇ ਦੇਹੀ ਨਾਦ ਨਹੀਂ ਹੈ। ਹਵਾ ਵਿੱਚ ਲਿਖੇ ਹਰਖ ਅਤੇ ਬਿਰਖ ਅਰਜ ਕਰੇ ਸੁਰਜੀਤ ਪਾਤਰ ਦੀ ਰਚਨਾ ਗੀ, ਪਰ ਪਤਝੜ ਵਿੱਚ ਭੁੰਗਰ ਦੇ ਪੱਤੇ ਕਾਵਿ ਸੰਗ੍ਰਹਿ ਹੈ ਨਹੀਂ ਸੁਰਜੀਤ ਪਾਤਰ ਦਾ। ਇਹ ਦੋਨੇ ਆਪਸ਼ਨ ਹੈ ਨਹੀਂ ਗੇ।
ਇਸੇ ਤਰ੍ਹਾਂ ਡੀ ਆਪਸ਼ਨ ਹੈ, ਜਿਵੇਂ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਸੁਰਜੀਤ ਪਾਤਰ ਦੀ ਰਚਨਾ ਕੀ ਸਦੀ ਦੀਆਂ ਤਰਕਾਲਾਂ ਸੂਰਜੀ ਦਹਿਲੀਜ। ਤੇ ਜਿਹੜਾ ਸਹੀ ਆਨਸਰ ਹੈ ਇਹਦਾ ਉਹ ਹੈਗਾ ਜੀ ਸੀ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪੰਜੇਬ ਤੇ ਸੁਰਜਮੀਨ। ਜਿਹੜੇ ਤਿੰਨੇ ਕਾਵਿ ਸੰਗ੍ਰਹਿ ਦਿੱਤੇ ਗਏ ਨੇ ਤਿੰਨੇ ਸੁਰਜੀਤ ਪਾਤਰ ਦੇ ਨੇ। ਜਿਹੜੇ ਬਾਕੀ ਆਪਸ਼ਨ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਕਾਵਿ ਸੰਗ੍ਰਹਿ ਆ ਸੁਰਜੀਤ ਪਾਤਰ ਦਾ ਨਹੀਂ ਹੈ। ਇਸ ਲਈ ਸਹੀ ਆਨਸਰ ਕਿਹੜਾ ਹੈਗਾ ਸੀ। ਇਹ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ? ਕਿਹੜਾ ਜੁੱਟ ਸਹੀ ਨਹੀਂ ਹੈ? ਇਹਨਾਂ ਚੋਂ ਗਲਤ ਜੁੱਟ ਲੱਭਣਾਗਾ ਆਪਾਂ। ਪਹਿਲਾ ਭਾਈ ਵੀਰ ਸਿੰਘ ਰਹੱਸਵਾਦੀ ਪ੍ਰਵਿਰਤੀ, ਪ੍ਰੋਫੈਸਰ ਮੋਹਨ ਸਿੰਘ ਰੋਮਾਂਟਿਕ ਕਾਵਿਧਾਰਾ, ਪ੍ਰੋਫੈਸਰ ਪੂਰਨ ਸਿੰਘ ਅਸਤਿਤਵਵਾਦੀ ਲਹਿਰ, ਲਾਲ ਸਿੰਘ ਦਿਲ ਜੁਝਾਰਵਾਦੀ ਕਾਵਿਧਾਰਾ। ਇਹਦਾ ਸਹੀ ਆਨਸਰ ਹੈ ਜੀ ਸੀ, ਪ੍ਰੋਫੈਸਰ ਮੋਹਨ ਸਿੰਘ ਅਸਤਿਤਵਵਾਦੀ ਲਹਿਰ। ਇਹ ਜਿਹੜਾ ਆਪਸ਼ਨ ਹੈਗਾ ਗਲਤ ਆ ਗਿਆ। ਜਿਹੜਾ ਭਾਈ ਵੀਰ ਸਿੰਘ ਰਹੱਸਵਾਦੀ ਪ੍ਰਵਿਰਤੀ ਦੇ ਕਵੀ ਨੇ, ਪ੍ਰੋਫੈਸਰ ਮੋਹਨ ਸਿੰਘ ਰੋਮਾਂਟਿਕ ਕਾਵਿਧਾਰਾ ਦੇ, ਲਾਲ ਸਿੰਘ ਦੇ ਜੁਝਾਰਵਾਦੀ ਕਾਵਿਧਾਰਾ ਦੇ, ਪਰ ਪ੍ਰੋਫੈਸਰ ਪੂਰਨ ਸਿੰਘ ਨੇ ਜੋ ਅਸਤਿਤਵਵਾਦੀ ਲਹਿਰ ਦੇ ਕਵੀ ਨਹੀਂ ਹੈਗੇ, ਇਸ ਲਈ ਇਹ ਗਲਤ ਆ। ਇਹਦਾ ਸਹੀ ਆਨਸਰ ਇਹ ਆ। ਤੇ ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਪ੍ਰੋਫੈਸਰ ਪੂਰਨ ਸਿੰਘ ਕਿਹੜੀ ਪ੍ਰਵਿਰਤੀ ਨਾਲ ਜੁੜੇ ਹੋਏ ਕਵੀ ਨੇ, ਕਿਹੜੀ ਧਾਰਾ ਦੇ ਕਵੀ ਨੇ, ਉਹ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾਗਾ। ਇਸ ਦਾ ਸਹੀ ਆਨਸਰ ਕੀ ਹੈਗਾ? ਕਿਹੜਾ ਜੁੱਟ ਰਹੱਸਵਾਦੀ ਅਤੇ ਨਵ ਰਹੱਸਵਾਦੀ ਲੇਖਕਾਂ ਦਾ ਹੈ? ਪਹਿਲਾ ਆਪਸ਼ਨ ਹੈ ਜੀ ਭਾਈ ਵੀਰ ਸਿੰਘ, ਜਸਵੰਤ ਸਿੰਘ ਨੇਕੀ, ਬਾਬਾ ਬਲਵੰਤ। ਦੂਸਰਾ ਆਪਸ਼ਨ ਹੈ ਜੀ ਪ੍ਰੀਤਮ ਸਿੰਘ ਸਫੀਰ, ਪ੍ਰੋਫੈਸਰ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਪ੍ਰੋਫੈਸਰ ਦੀਵਾਨਾ ਸਿੰਘ। ਤੀਸਰਾ ਜੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਪ੍ਰੋਫੈਸਰ ਮੋਹਨ ਸਿੰਘ ਧਨੀਰਾਮ ਚਾਤ੍ਰਿਕ। ਡੀ ਆਪਸ਼ਨ ਹੈ ਜੀ ਮੋਹਨ ਸਿੰਘ ਦੀਵਾਨਾ, ਹਰਭਜਨ ਸਿੰਘ, SS ਮੀਸਾ ਤੇ ਸ਼ਿਵ ਬਟਾਲਵੀ। ਇਹਦਾ ਸਹੀ ਆਨਸਰ ਹੈ ਜੀ ਏ, ਭਾਈ ਵੀਰ ਸਿੰਘ, ਜਸਵੰਤ ਸਿੰਘ ਨੇਕੀ ਤੇ ਬਾਬਾ ਬਲਵੰਤ ਨੇ ਜਿਹੜੇ ਰਹੱਸਵਾਦੀ ਨਵ ਰਹੱਸਵਾਦੀ ਲੇਖਕਾਂ ਦੇ ਵਿੱਚ ਆਉਂਦੇ ਨੇ। 16ਵਾਂ ਕੁਐਸਚਨ ਜੀ ਸਾਡੇ ਕੋਲੇ, ਹਿੰਸਾ ਨੂੰ ਮੁੱਲ ਦੇ ਰੂਪ ਵਿੱਚ ਕਿਸ ਧਾਰਾ ਵਿੱਚ ਪੇਸ਼ ਕੀਤਾ ਗਿਆ ਹੈ? ਪਹਿਲਾ ਆਪਸ਼ਨ ਹੈ ਜੀ ਪ੍ਰਯੋਗਵਾਦੀ, ਦੂਸਰਾ ਜੁਝਾਰਵਾਦੀ, ਤੀਸਰਾ ਪ੍ਰਗਤੀਵਾਦੀ, ਚੌਥਾ ਜੀ ਯਥਾਰਥਵਾਦ। ਇਹਦਾ ਸਹੀ ਆਨਸਰ ਹੈ ਜੀ ਬੀ, ਜੁਝਾਰਵਾਦੀ ਪ੍ਰਵਿਰਤੀ ਦੇ ਵਿੱਚ ਹਿੰਸਾ ਨੂੰ ਮੁੱਲ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। 17ਵਾਂ ਸਾਡੇ ਕੋਲੇ ਕੁਐਸਚਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਹੈ? ਸਹੀ ਜੁੱਟ ਦੀ ਚੋਣ ਕਰਨੀ ਹੈ ਜੀ। ਅੰਮ੍ਰਿਤਾ ਪ੍ਰੀਤਮ ਜੁਝਾਰਵਾਦ, ਪਾਸ ਯੋਗਵਾਦ, ਜਸਵੀਰ ਸਿੰਘ ਆਹਲੂਵਾਲੀਆ ਆਦਰਸ਼ਵਾਦ, ਜਸਵੰਤ ਸਿੰਘ ਨੇਕੀ ਰਹੱਸਵਾਦ। ਇਹਦਾ ਸਹੀ ਆਨਸਰ ਹੈ ਜੀ ਡੀ, ਜਸਵੰਤ ਸਿੰਘ ਨੇਕੀ ਰਹੱਸਵਾਦ। ਅੱਗੇ ਜੀ 18ਵਾਂ ਕੁਐਸਚਨ ਸਾਡੇ ਕੋਲੇ, ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਜਿਹੜੀ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਵਿੱਚ ਪ੍ਰਕਿਰਤੀ ਕਿਸ ਰੂਪ ਵਿੱਚ ਪੇਸ਼ ਹੋਈ ਹੈ? ਬਹੁਤ ਇੰਪੋਰਟੈਂਟ ਹੈ ਜੀ। ਪਹਿਲਾ ਆਪਸ਼ਨ ਹੈ ਜੀ ਰੋਮਾਂਟਿਕ, ਦੂਸਰਾ ਆਲੰਬਨ, ਤੀਸਰਾ ਉਦੀਪਨ, ਚੌਥਾ ਮਾਨਵੀਕਰਨ। ਇਹਦਾ ਸਹੀ ਆਨਸਰ ਹੈ ਜੀ ਮਾਨਵੀਕਰਨ। ਪ੍ਰਕਿਰਤੀ ਨੂੰ ਮਾਨਵੀ ਰੂਪ ਚ ਪੇਸ਼ ਕੀਤਾ ਗਿਆ ਹੈਗਾ। ਅੱਗੇ ਹੈ ਜੀ, ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਵਿਤਾ ਦੀ ਸੁਰਤਾ ਉਪਦੇਸ਼ਾਤਮਿਕ ਹੈ, ਪਰ ਇਸ ਦਾ ਛੰਦ ਕਿਹੜਾ ਗਾ? ਪਹਿਲਾ ਆਪਸ਼ਨ ਹੈ ਜੀ ਦੋਹੜਾ, ਦੂਸਰਾ ਬੈਂਤ, ਤੀਸਰਾ ਸੋਰਠਾ, ਚੌਥਾ ਤੁਰਿਆਈ। ਇਹਦਾ ਸਹੀ ਆਨਸਰ ਹੈ ਜੀ ਚੌਥਾ ਡੀ, ਤੁਰਿਆਈ ਛੰਦ ਦੇ ਵਿੱਚ ਇਹ ਕਵਿਤਾ ਲਿਖੀ ਗਈ ਹੈ। ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ। ਅੱਗੇ ਜੀ 20ਵਾਂ ਕੁਐਸਚਨ ਸਾਡੇ ਕੋਲੇ, ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਛੰਦ ਕਿਹੜਾ ਹੈ? ਪਹਿਲਾ ਆਪਸ਼ਨ ਕੋੜਾ, ਦੂਸਰਾ ਦੋਹਰਾ, ਤੀਸਰਾ ਮੁਕਤ ਜਾਂ ਸੈਲਾਨੀ ਛੰਦ, ਚੌਥਾ ਸਿਰਖੰਡੀ ਛੰਦ। ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਖੁੱਲ੍ਹ ਦਾ ਕਵੀ ਹੈ ਤੇ ਉਸਨੇ ਜਿਹੜੀ ਛੰਦਾਬੰਦੀ ਨੂੰ ਨਵਾਬੀ ਜੁੱਤੀ ਦੀ ਕੈਦ ਕਹਿ ਕੇ ਨਕਾਰਿਆ ਸੀ ਤੇ ਮੁਕਤ ਤੇ ਸੈਲਾਨੀ ਛੰਦ ਦੀ ਵਰਤੋਂ ਕੀਤੀ ਸੀਗੀ। ਇਹਦਾ ਸਹੀ ਆਨਸਰ ਹੈ ਜੀ ਸੀ, ਮੁਕਤ ਤੇ ਸੈਲਾਨੀ ਛੰਦ। ਸੋ ਇਹ ਸੀ ਅੱਜ ਦਾ ਟੈਸਟ। ਅੱਜ ਦੇ ਟੈਸਟ ਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਬਣੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਵੀ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ। ਸ਼ੁਕਰੀਆ ਜੀ।